ਕਰਾਂਗੀ, ਜੀ ਆਇਆਂ ਆਖਾਂਗੇ। ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਗੰਭੀਰ ਮੁੱਦਾ, ਇੱਕ ਮਸਲਾ ਲੈ ਕੇ ਆਏ ਹਾਂ। ਅਸੀਂ ਜਦੋਂ ਗੱਲ ਕਰਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਗੱਲ ਕਰਦੇ ਹਾਂ ਜਾਂ ਪ੍ਰਦੇਸ਼ਾਂ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਆਜ਼ਾਦੀਆਂ ਦਾ ਨਿੱਘ ਮਾਣਦੇ ਹਾਂ, ਉੱਥੇ ਸਾਨੂੰ ਹੋਰ ਸਹੂਲਤਾਂ ਵੀ ਬਹੁਤ ਸਾਰੀਆਂ ਮਿਲਦੀਆਂ ਨੇ। ਪਰ ਅਸੀਂ ਜਦੋਂ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਗੱਲ ਕਰਦੇ ਹਾਂ, ਬਹੁਤ ਸਾਰੇ ਜਿਹੜੇ ਸਾਡੇ ਸਿੰਘ ਕੈਦੀ ਬਣਾ ਕੇ ਰੱਖੇ ਹੋਏ ਨੇ, ਜਿਹੜੀਆਂ ਕਿ ਆਪਣੀ ਉਮਰ ਕੈਦਾਂ ਭੋਗ ਚੁੱਕੇ ਨੇ, ਉਹਨਾਂ ਦਾ ਹਲੇ ਵੀ ਛੁਟਕਾਰਾ ਨਹੀਂ ਹੋ ਰਿਹਾ। ਇਹੋ ਜਿਹੇ ਇੱਕ ਬਹੁਤ ਹੀ ਗੰਭੀਰ ਕੇਸ ਹੈ ਜਗਤਾਰ ਸਿੰਘ ਜੱਗੀ ਜੌਹਲ ਦਾ, ਜਿਹੜਾ ਕਿ ਨੌਜਵਾਨ ਆਪਣੀ ਜ਼ਿੰਦਗੀ ਨੂੰ ਪੂਰਾ ਆਨੰਦ ਮਾਣ ਰਿਹਾ ਸੀ ਔਰ ਪੰਜਾਬ ਦੇ ਵਿੱਚ ਗਿਆ, ਉਸਦਾ ਵਿਆਹ ਹੋਇਆ, ਸਾਰਾ ਪਰਿਵਾਰ ਇੰਨਾ ਖੁਸ਼ ਸੀ। ਪਰ ਉਸ ਦੀਆਂ ਖੁਸ਼ੀਆਂ, ਉਸ ਪਰਿਵਾਰ ਦੀਆਂ ਖੁਸ਼ੀਆਂ ਉਹਨਾਂ ਤੋਂ ਜਲਦੀ ਹੀ ਖੋਹ ਲਈਆਂ ਗਈਆਂ ਤੇ ਜਗਤਾਰ ਸਿੰਘ ਨੂੰ ਉੱਥੋਂ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਤੇ ਹੁਣ ਵੀ ਬੜੇ ਲੰਮੇ ਸਮੇਂ ਤੋਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਨਾਂ ਦੇ ਪਰਿਵਾਰ ਦਾ ਤੇ ਨਾਲ ਦੀ ਨਾਲ ਉਹਨਾਂ ਦੀ ਜਥੇਬੰਦੀਆਂ ਦਾ, ਜਿਹੜੇ ਕਿ ਉਸ ਨੂੰ ਰਿਹਾ ਕਰਾਉਣ ਵਾਸਤੇ ਬੜਾ ਯਤਨਸ਼ੀਲ ਨੇ, ਬੜਾ ਯੋਗਦਾਨ ਪਾ ਰਹੇ ਨੇ। ਸੋ ਅੱਜ ਅਸੀਂ ਉਸ ਬਾਰੇ ਇੱਕ ਹੋਰ ਗੱਲ ਕਰਾਂਗੇ, ਜੋ ਕਿ ਇੱਕ ਸੁਨੇਹਾ ਸਾਡੇ ਵੀਰ, ਉਹਨਾਂ ਦੇ ਵੀਰ ਗੁਰਪ੍ਰੀਤ ਸਿੰਘ ਤੇ ਨਾਲ ਜਸ ਸਿੰਘ ਜੀ ਸਾਡੇ ਵਾਸਤੇ ਲੈ ਕੇ ਆਏ ਨੇ। ਆਓ ਪਹਿਲਾਂ ਦੋਹਾਂ ਵੀਰਾਂ ਨੂੰ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਭਾਈ ਸਾਹਿਬ, ਭਾਈ ਗੁਰਪ੍ਰੀਤ ਸਿੰਘ ਜੀ ਤੇ ਜਸ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਾਂਜੀ, ਸਭ ਤੋਂ ਪਹਿਲਾਂ ਗੁਰਪ੍ਰੀਤ ਜੀ, ਤੁਹਾਤੋਂ ਅਸੀਂ ਸ਼ੁਰੂ ਕਰਦੇ ਹਾਂ। ਸਾਨੂੰ ਇਹ ਦੱਸੋ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ ਬੜੇ ਲੰਮੇ ਸਮੇਂ ਤੋਂ ਜੋ ਤੁਸੀਂ ਇਹ ਕੈਂਪੇਨ ਕਰ ਰਹੇ ਆ ਫ੍ਰੀ ਜੱਗੀ, ਉਸ ਦਾ ਜਿਹੜਾ ਹੁਣ ਤੱਕ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕੀ ਹੈਗੀ ਆ, ਉਹਦੇ ਬਾਰੇ ਆਪਾਂ ਠਹਿਰ ਕੇ ਗੱਲ ਕਰਾਂਗੇ। ਇਹ ਦੱਸੋ ਕਿ ਜਗਤਾਰ ਜੱਗੀ ਨੂੰ ਕਦੋਂ ਉਹਨਾਂ ਨੇ ਰਿਹਾਸਤ ਵਿੱਚ ਲਿਆ ਸੀ, ਕਦੋਂ ਅਰੈਸਟ ਕੀਤਾ ਸੀ ਜਗਤਾਰ ਸਿੰਘ ਜੱਗੀ ਨੂੰ? ਦੇਖੋ ਭਾਜੀ, ਜੱਗੀ ਨੂੰ 4 ਨਵੰਬਰ 2017 ਵਿੱਚ ਅਬਡਕਟ ਕੀਤਾ ਗਿਆ ਸੀ ਤੇ ਇਹ ਅਗਲੇ ਹਫ਼ਤੇ ਹੁਣ ਹੋ ਜਾਣਾ ਵਾ ਪੂਰੇ 5 ਸਾਲ ਜੱਗੀ ਨੂੰ ਅਗਵਾ ਕੀਤੇ ਨੂੰ। ਇਹ ਸ਼ਬਦ ਮੈਂ ਇਸ ਕਰਕੇ ਵਰਤਣ ਡਿਆ ਕਿਉਂਕਿ ਜਿਹੜੀ UN ਵਰਕਿੰਗ ਗਰੁੱਪ ਆਫ ਆਰਬਿਟਰੀ ਡਿਟੈਂਸ਼ਨ ਆ, ਉਹਨਾਂ ਨੇ ਵੀ ਕਹਿ ਦਿੱਤਾ ਕਿ ਜੱਗੀ ਨੂੰ ਫੜਿਆ ਗਿਆ ਵਾ ਵਿਦ ਨੋ ਲੀਗਲ ਬੇਸਿਸ, ਕਿ ਉਹਨੂੰ ਹੁਣੇ ਹੀ ਛੱਡਣਾ ਚਾਹੀਦਾ ਵਾ। ਤੇ ਅਸੀਂ ਅੱਗੇ ਵੀ ਪਹਿਲੋਂ ਸ਼ੁਰੂ ਤੋਂ ਕੈਂਪੇਨ ਕਹਿਣ ਡਈ ਹੈ ਕਿ ਜੱਗੀ ਨੂੰ ਅਗਵਾ ਕੀਤਾ ਗਿਆ ਸੀ, ਉਹਨੂੰ ਗਲਤ ਤਰੀਕੇ ਨਾਲ ਲੈ ਕੇ ਗਏ ਆ। ਪਰ ਲੇਕਿਨ ਹੁਣ ਆਪਾਂ ਕੋ UN ਦੀ ਜਿਹੜੀ ਗਰੁੱਪ ਆ, ਉਹਨਾਂ ਨੇ ਵੀ ਕਹਿ ਦਿੱਤਾ ਵਾ ਕਿ ਜੱਗੀ ਨੂੰ ਗਲਤ ਲੈ ਕੇ ਗਏ ਸੀ। ਸੋ ਤਕਰੀਬਨ 5 ਸਾਲ ਹੁਣ ਮੋਲੇ ਹਫ਼ਤੇ ਹੋ ਜਾਣੇ ਆ ਤੇ ਹਜੇ ਤੱਕ ਜੱਗੀ ਨੂੰ ਨਾ ਕੋਈ ਇਨਸਾਫ, ਨਾ ਕੋਈ ਟਰਾਇਲ। ਇੱਥੇ ਤਾਂ ਗੱਲ ਆ, ਹਜੇ ਤਾਂ ਟਰਾਇਲ ਵੀ ਨਹੀਂ ਸ਼ੁਰੂ ਹੋਈ ਉਹ ਕੇਸਾਂ ਵਿੱਚ, ਜਿਹਦੇ ਵਿੱਚ ਕਹਿੰਦੇ ਸਾਡੇ ਕੋਲ ਸਬੂਤ ਸਾਰੇ ਹੈਗੇ ਸੀ। ਤੇ ਇੱਥੇ ਦੀ ਸਰਕਾਰ ਵੀ ਮੰਨ ਗਈ ਹੈ UK ਦੀ ਕਿ ਜੱਗੀ ਨੂੰ ਆਰਬਿਟਰੇਲੀ ਜਿੱਦਾਂ ਬਿਨਾਂ ਵਜ੍ਹਾ ਤੋਂ ਫੜਿਆ ਵਾ। ਪਰ ਲੇਕਿਨ ਇਹ ਇੱਕ ਸਟੈਪ ਜਿਹੜਾ ਅੱਗੇ ਕਰਨਾ ਚਾਹੀਦਾ ਇੱਥੇ ਦੀ ਸਰਕਾਰ ਨੂੰ, ਉਹ ਨਹੀਂ ਕਰਨ ਡਈ। ਉਹ ਹੈਗਾ ਵਾ ਕਿ ਜੱਗੀ ਦੀ ਮੰਗੋ ਕਿ ਇੰਡੀਆ ਵਾਲਿਆਂ ਨੂੰ ਕਿ ਜੱਗੀ ਨੂੰ ਰਿਹਾ ਕਰਕੇ ਉਹਨੂੰ ਆਪਣੇ ਮੁਲਕ ਵਾਪਸ ਆਉਣ ਦੇਵੋ। ਸੋ ਇੱਕ ਕਿਸਮ ਦਾ ਇੱਥੇ ਦੀ ਸਰਕਾਰ ਮੰਨ ਗਈ ਆ ਉਹ ਜਿਹੜੀ UN ਦੀ ਓਪੀਨੀਅਨ ਸੀ ਉਹਦੇ ਵਿੱਚ ਕਿ ਨੋ ਲੀਗਲ ਬੇਸਿਸ ਤੇ ਅਨਜਸਟੀਫਾਈ ਉਹਨੂੰ ਫੜਿਆ ਵਾ। ਤੇ ਉਹਨਾਂ ਨੇ ਇਹ ਵੀ ਜਿਹੜੀ UN ਦੀ ਗਰੁੱਪ ਸੀ, ਉਹਨਾਂ ਨੇ ਇੱਕ ਹੋਰ ਗੱਲ ਵੀ ਅੱਗੇ ਕੀਤੀ ਕਿ ਜੱਗੀ ਨੂੰ ਇਸ ਕਰਕੇ ਫੜਿਆ ਗਿਆ ਵਾ ਕਰਕੇ ਉਹ ਸਿੱਖ ਹਿਊਮਨ ਰਾਈਟਸ ਇਸ਼ੂ ਉੱਤੇ ਲਿਖਦਾ ਸੀ, ਕਿਉਂਕਿ ਉਹ ਸਿੱਖ ਆ ਤੇ ਉਹ ਜਿਹੜਾ 1984 ਬਾਰੇ ਲਿਖਦਾ ਸੀ, ਬਲੌਗਿੰਗ ਕਰਦਾ ਸੀ, ਉਸ ਵਜ੍ਹਾ ਤੋਂ ਕੀਤਾ। ਸਾਡੀ ਜਿਹੜੀ ਸਬਮਿਸ਼ਨ ਕੀਤੀ ਸੀ UN ਨੂੰ, ਉਹ ਹੈਗੀ ਸੀ ਔਨ ਦ ਬੇਸਿਸ ਕਿ ਕੋਈ ਐਵੀਡੈਂਸ ਇਹਦੇ ਖਿਲਾਫ ਹੈ ਨਹੀਂ, ਇਹਨੂੰ ਨਜਿੱਠਿਆ ਫੜਿਆ ਗਿਆ ਵਾ। ਪਰ ਲੇਕਿਨ ਜਿਹੜੀ ਸਿੱਖ ਐਲੀਮੈਂਟ ਸੀ ਉਹ ਉਹਨਾਂ ਨੇ ਆਪ ਵਿੱਚ ਪਾਈ ਕਿ ਹਾਂਜੀ ਇਹ ਵੀ ਇੱਕ ਰੀਜ਼ਨ ਆ ਕਿ ਕਿਉਂ ਇਹਦੀ ਡਿਟੈਂਸ਼ਨ ਇੰਨੀ ਲੰਮੀ ਆ। ਤੇ ਮਈ 2022 ਵਿੱਚ UN ਨੇ ਗੱਲ ਕਹੀ ਸੀ। ਜੂਨ 2022 ਵਿੱਚ ਬੋਰਿਸ ਜੌਨਸਨ ਜਦੋਂ ਉਸ ਵੇਲੇ MP ਸੀ, ਉਹਨੇ ਵੀ ਮੰਨ ਗਿਆ ਸੀ ਕਿ ਹਾਂ ਆਰਬਿਟਰੇਲੀ ਫੜਿਆ ਗਿਆ ਵਾ। ਹੁਣ ਆਪਾਂ ਨਵੰਬਰ ਵਿੱਚ ਆ ਚੱਲੇ ਆ, ਪਰ ਹਜੇ ਤੱਕ ਸਰਕਾਰ ਨੇ ਇੱਥੋਂ ਮੰਗ ਨਹੀਂ ਮੰਗੀ। ਇਹਦੇ ਨਾਲ ਇਹ ਹੋ ਗਿਆ ਵਾ, ਜਦੋਂ UN ਨੇ ਕਹਿ ਦਿੱਤਾ ਕਿ ਜੱਗੀ ਨੂੰ ਗਲਤ ਫੜਿਆ, ਨੋ ਲੀਗਲ ਬੇਸਿਸ, ਇੰਡੀਆ ਵਾਲਿਆਂ ਨੇ ਚਾਰਜ ਲਾਉਣ ਨੂੰ ਬਹੁਤ ਜਲਦੀ ਕੀਤੀ ਆ। ਹੁਣ 3 ਕੇਸਾਂ ਵਿੱਚ ਚਾਰਜ ਲੱਗ ਗਏ ਆ, ਹਜੇ 5 ਕੇਸ ਹਜੇ NIA ਵਾਲੇ ਵਿੱਚ ਚਾਰਜ ਨਹੀਂ ਲੱਗੇ। ਸੋ ਜਿਹੜੀ ਵੀ ਆਪਣੀ ਸੰਗਤ ਸੁਣਦੀ ਆ, ਦੇਖਦੀ ਆ, ਉਹਨਾਂ ਨੂੰ ਇਹ ਹੋ ਜਾਊਗਾ 5 ਸਾਲ ਹੋ ਚੱਲੇ ਆ ਤਾਂ ਹਜੇ ਤੱਕ ਟਰਾਇਲ ਨਹੀਂ ਸ਼ੁਰੂ ਹੋਈ। ਇਹਦੇ ਵਿੱਚ ਸਾਫ਼ ਆਉਣ ਡਿਆ ਕਿ NIA ਕੋਲ ਕੋਈ ਸਬੂਤ ਹੈ ਨਹੀਂ। ਅੱਜ ਜੱਗੀ ਦਾ ਇੱਕ ਬਾਘੇ ਪੁਰਾਣੇ ਵਿੱਚ ਕੇਸ ਸੀ, ਭਾਜੀ ਮੰਝਪੁਰ ਨੇ ਮੈਨੂੰ ਅਪਡੇਟ ਦਿੱਤੀ ਆ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਆ 3 ਗਵਾਹ ਆਏ ਸੀ, 2 ਤਾਂ ਸੀ 2 ਹੋਰ ਅਕਿਊਜ਼ਡ ਦੇ ਖਿਲਾਫ ਤੇ ਇੱਕ NIA ਦਾ ਆਫਿਸਰ ਆਇਆ ਸੀ 3 NIA ਕੇਸਾਂ ਵਿੱਚ।
ਤੇ ਉਹਨੇ ਕਿਹਾ ਸਾਫ਼ ਕਿ ਮੇਰੇ ਕੋਲ ਕੋਈ ਐਵੀਡੈਂਸ ਨਹੀਂ ਲੱਭਾ ਕਿਸੇ ਦੇ ਖਿਲਾਫ ਵੀ, ਨੋ ਇਨਕ੍ਰਿਮੀਨੇਟਿੰਗ ਐਵੀਡੈਂਸ, ਨੋ ਇਨਕ੍ਰਿਮੀਨੇਟਿੰਗ ਡਾਕੂਮੈਂਟਸ ਜਾਂ ਕੋਈ ਮਟੀਰੀਅਲ ਉਹਨਾਂ ਕੋਲ। ਇਹ ਬਹੁਤ ਵੱਡੀ ਗੱਲ ਆ, ਜਿਹੜਾ ਇਨਵੈਸਟੀਗੇਟਿੰਗ ਆਫਿਸਰ ਆ ਕੋਰਟ ਵਿੱਚ ਆ ਕੇ ਗਵਾਹੀ ਦੇਣ ਡਿਆ ਵਾ ਕਿ ਮੈਨੂੰ ਕੋਈ ਇਨਕ੍ਰਿਮੀਨੇਟਿੰਗ ਐਵੀਡੈਂਸ ਲੱਭੀ ਨਹੀਂ, ਤੇ ਹਜੇ ਤੱਕ ਹੂੰ, ਵੀ ਜਿਹੜੀ ਸਰਕਾਰ ਆ ਉਹ ਇੰਨਾ ਲੰਮਾ ਕਰੀ ਜਾਂਦੀ ਆ। ਹੁਣ ਉਹਨਾਂ ਨੇ 3 ਕੇਸਾਂ ਵਿੱਚ ਉਹਨਾਂ ਨੇ ਟਰਾਇਲ ਡੇਟ ਸ਼ੁਰੂ ਕਰ ਦਿੱਤੀ ਨਵੰਬਰ ਵਿੱਚ, ਕਹਿੰਦੇ ਸੀ ਕੇਸ ਸ਼ੁਰੂ ਕਰਨੇ ਆ। ਲੇਕਿਨ ਮੈਂ ਆਪਣੇ ਦਿਲ ਦੀ ਗੱਲ ਵੀ ਕਹਿੰਦਾ, ਅੱਗੇ ਵੀ ਸੰਗਤ ਨਾਲ ਦਿਲ ਦੀ ਗੱਲ ਕੀਤੀ ਆ ਕਿ ਇਹ ਸਿਰਫ ਤੋਂ ਸਿਰਫ ਇਸ ਕਰਕੇ ਆ ਇਹਨਾਂ ਨੇ ਚਾਰਜ ਲਾਏ, ਕਿਉਂਕਿ ਇਹ ਚਾਹੁੰਦੇ ਆ ਯੂਕੇ ਸਰਕਾਰ ਤਾਂ ਜਿਹੜੀ ਸੰਗਤ ਜੱਗੀ ਦੇ ਮਗਰ ਖੜੀ ਆ ਉਹਦੀ ਰਿਹਾਈ ਮੰਗਣ ਰਹੀ ਆ ਕਿ ਉਹ ਕਹਿਣ ਕਿ ਅਸੀਂ ਹੁਣ ਚਾਰਜ ਲਾ ਲਿਆ, ਦੇਖਿਆ ਸਾਡੇ ਕੋਰਟ ਕਹਿੰਦੇ ਆ ਕਿ ਉਹਦੇ ਖਿਲਾਫ ਸਬੂਤ ਹੈਗੇ ਆ। ਪਰ ਇਹ ਗੱਲ ਮੁੜ ਕੇ ਉੱਥੇ ਆਉਂਦੀ ਹੈ, ਇੱਥੇ ਦੀ ਸਰਕਾਰ ਨੂੰ ਜੋ ਪ੍ਰੈਸ਼ਰ ਪਾਉਣਾ ਚਾਹੀਦਾ ਸੀ, ਬਾਕੀ ਜਿਹੜੇ ਇਰਾਨ ਵਿੱਚ ਫੜੇ ਗਏ ਸੀ, ਜੋ ਉਹਨਾਂ ਦੀ ਮੰਗ ਮੰਗੀ ਕਿ ਉਹਨਾਂ ਨੂੰ ਰਿਹਾ ਕਰੋ, ਉਹ ਨਹੀਂ ਕਰਨ ਡਏ, ਤੇ ਇਹ ਜੱਗੀ ਦੇ ਕੇਸ ਵਿੱਚ ਵੀ ਕਰਨਾ ਚਾਹੀਦਾ। ਹੁਣ ਫੋਰਨ ਸੈਕਟਰੀ ਵੀ ਗਿਆ ਵਾ ਇੰਡੀਆ ਨੂੰ। ਹੁਣ ਸਾਡੀ ਮੰਗ ਤਾਂ ਸਿੱਧੀ ਆ ਕਿ ਜੱਗੀ ਨੂੰ ਰਿਹਾ ਕਰਕੇ ਉਹਨਾਂ ਨੂੰ ਕਹੋ ਮੁੜ ਕੇ ਵਾਪਸ ਲੈ ਕੇ ਆਵੋ ਇੱਥੇ, ਕਿਉਂਕਿ 5 ਸਾਲ ਕਹਿਣਾ ਸੌਖਾ ਵਾ, ਜੇ ਨਿਆਣਾ 5 ਮਿੰਟ ਵੀ ਆਪਣੇ ਕੋਲ ਦੂਰ ਹੋ ਜਾਂਦਾ ਵਾ ਤੇ ਆਪਾਂ ਨੂੰ ਔਖਾ ਲੱਗਦਾ ਵਾ। ਹੁਣ ਸਾਡੀ ਫੈਮਿਲੀ ਵਿੱਚ ਨਾਨਾ ਨਾਨੀ ਦੀ ਜਿਹੜਾ ਅੱਖਾਂ ਚੱਲਦੀਆਂ ਸੀ, ਉਹ ਵੀ ਸਿਆਣੇ ਹੋਏ ਆ, ਉਹ ਵੀ ਰੋ ਰੋ ਕੇ ਉਹਨਾਂ ਨੇ ਅੱਖਾਂ ਖਰਾਬ ਕਰ ਲਈਆਂ, ਉਹਨਾਂ ਦੀ ਸਿਹਤ ਵੀ ਖਰਾਬ ਹੋਈ ਜਾਂਦੀ ਆ। ਤੇ ਇਸ ਕਰਕੇ ਔਖਾ ਸਮਾਂ ਤਾਂ ਹੈਗਾ, ਪਰ ਲੇਕਿਨ ਸੰਗਤ ਦੇ ਰਾਹੀਂ ਅਸੀਂ ਕਰੀ ਜਾਂਦੇ ਆ ਜੋ ਕਰਨਾ, ਜਦੋਂ ਤੱਕ ਜੱਗੀ ਵਾਪਸ ਨਹੀਂ ਆਉਂਦਾ। ਹਾਂਜੀ, ਬਿਲਕੁਲ। ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਜੀ। ਮੈਂ ਤੁਹਾਡੇ ਵੱਲ ਆਵਾਂਗਾ। ਤੁਸੀਂ ਸੁਣਿਆ ਗੁਰਪ੍ਰੀਤ ਤੋਂ ਕਿ ਹਾਲੇ ਤੱਕ ਕੋਈ ਕੇਸ, ਕੋਈ ਟਰਾਇਲ ਸ਼ੁਰੂ ਨਹੀਂ ਹੋਇਆ ਹੈਗਾ। ਹੁਣ ਜਿਹੜੇ ਚਾਰਜਸ ਵੀ ਲੱਗੇ ਆ, ਉਹਦੇ ਵਿੱਚ ਜਿਹੜਾ ਵਿਟਨੈਸ ਆ ਉਹਨੇ ਵੀ ਆ ਕੇ ਕਿਹਾ ਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਕੋਈ ਸਬੂਤ ਨਹੀਂ ਕੋਈ ਮਿਲਿਆ ਹੈਗਾ, ਉਹਨਾਂ ਨੂੰ ਕੋਈ ਪ੍ਰੂਫ ਨਹੀਂ ਹੈਗਾ। ਤੁਸੀਂ ਜੋ ਤੁਹਾਡੀ ਗੱਲਬਾਤ ਹੋਈ ਆ, ਜਾਂ ਫੋਰਨ ਮਿਨਿਸਟਰੀ ਹੈਗੀ ਹੈ ਇੱਥੋਂ ਦੀ, ਪਹਿਲਾਂ ਰਾਬ ਡੋਮਿਨਿਕ ਸੀਗੇ, ਉਹਨਾਂ ਨੇ ਵੀ ਗੱਲਬਾਤ, ਤੁਹਾਡੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਆ, ਇਹ ਵੀ ਸੁਣਨ ਵਿੱਚ ਆਇਆ ਸੀ ਕਿ ਬੋਰਿਸ ਜੌਨਸਨ ਨੇ ਵੀ ਕਿਹਾ ਸੀਗਾ ਕਿ ਜੱਗੀ ਨੂੰ ਰਿਹਾ ਕਰਨਾ ਚਾਹੀਦਾ ਹੈ। So what's the reason behind the lines why the government is not helping you or not listening to your case? Just say. ਹਾਂਜੀ, ਦੇਖੋ ਇਹ ਜਿਹੜਾ ਕੇਸ ਹੈ ਇਹ ਸਭ ਤੋਂ ਪਹਿਲੇ ਦਿਨ ਤੋਂ ਪੋਲੀਟੀਕਲ ਕੇਸ ਸੀਗਾ। ਤਾਂ ਇਹ ਸੰਗਤ ਦੇ ਰੂਪ ਵਿੱਚ, ਕੈਂਪੇਨ ਦੇ ਰੂਪ ਵਿੱਚ, ਪਰਿਵਾਰ ਨਾਲ ਵੀ, ਤਾਂ ਬਾਕੀ ਜਿਹੜੇ ਇੰਡੀਪੈਂਡੈਂਟ ਲੀਗਲ ਐਕਸਪਰਟ ਆ ਤਾਂ ਉਹਨੇ ਵੀ ਇਹੀ ਨਤੀਜਾ ਕੀਤਾ ਸੀ ਕਿ ਇਹ ਪੋਲੀਟੀਕਲੀ ਮੋਟੀਵੇਟਡ ਅਰੈਸਟ ਆ, ਤਾਂ ਪੋਲੀਟੀਕਲੀ ਮੋਟੀਵੇਟਡ ਕੇਸ ਆ। ਤਾਂ ਇਹਦੇ ਵਿੱਚ ਨਾ ਕੋਈ ਸਬੂਤ ਆ, ਨਾ ਕੋਈ ਐਵੀਡੈਂਸ, ਕੋਈ ਜਿੱਦਾਂ ਇਹਦੇ ਪਿੱਛੇ ਹੈ ਹੀ ਨਹੀਂ। ਬਸ ਪੋਲੀਟੀਕਲ ਸਟੇਟਮੈਂਟ ਬਣਾਉਣੀ ਚਾਹੁੰਦੀ ਸੀ ਪਹਿਲੀ ਪੰਜਾਬ ਸਰਕਾਰ, ਜਿਹਨੇ ਜੱਗੀ ਨੂੰ ਫੜ ਕੇ ਉਹ 'ਤੇ ਤਸ਼ੱਦਦ ਕੀਤਾ। ਤਾਂ ਬਹੁਤ ਜਿੱਦਾਂ ਕਹਿ ਲਓ ਅੱਜ ਦੇ ਦਿਨਾਂ ਦੇ ਵਿੱਚ, ਜਿੱਦਾਂ 84 ਵਿੱਚ ਤਸ਼ੱਦਦ ਹੁੰਦਾ ਸੀ ਸਿੰਘਾਂ ਦੇ, ਉਸ ਸਮੇਂ ਉਸ ਹਿਸਾਬ ਨਾਲ ਇੱਕ ਯੂਕੇ ਬੋਰਨ ਨੈਸ਼ਨਲ ਤੇ ਇਹਨੀ ਬਹੁਤ ਭੈੜਾ ਤਸ਼ੱਦਦ ਕੀਤਾ ਸੀ ਕਿ ਉਹਨੂੰ ਇਲੈਕਟ੍ਰੀਕਿਊਟ ਕੀਤਾ, ਉਹਦੀ ਲੱਤਾਂ ਖਿੱਚੀਆਂ ਗਈਆਂ, ਬਹੁਤ ਤੁਸੀਂ ਕਹਿ ਸਕਦੇ ਤੰਗੀ ਦਿੱਤੀ ਆ। ਤਾਂ ਇੱਥੇ ਦੀ ਸਰਕਾਰ ਜਿਹੜੀ ਆ, ਫੋਰਨ ਆਫਿਸ ਆ, ਉਹਨੇ ਪਹਿਲੇ ਦਿਨ ਤੋਂ ਇਹ ਸਾਬਤ ਕਰ ਦਿੱਤਾ ਸੀ ਕਿ ਜੱਗੀ ਦਾ ਟੋਰਚਰ ਹੋਇਆ ਆ। ਤਾਂ ਹੁਣ ਕਹਿ ਲਓ 5 ਸਾਲਾਂ ਦੇ ਵਿੱਚ 5 ਫੋਰਨ ਸੈਕਟਰੀ ਬਦਲ ਹੋ ਚੁੱਕੇ ਆ, ਤਾਂ ਹੁਣ ਚੌਥਾ ਸਾਡਾ ਪ੍ਰਾਈਮ ਮਿਨਿਸਟਰ ਆ। ਤਾਂ ਇਹ ਜਿਹੜਾ ਕੇਸ ਜਿਹੜਾ ਵੀ ਆਉਂਦਾ, ਜਦੋਂ ਵੀ ਅਸੀਂ ਪਹੁੰਚ ਕਰੀ ਦੀ ਪੋਲੀਟੀਕਲੀ ਕਰਕੇ, ਅਸੀਂ ਤਾਂ ਇੱਥੇ ਜ਼ੋਰ ਪਾ ਸਕਦੇ ਹਾਂ ਇੰਡੀਆ ਦੇ ਸਿਸਟਮ ਤੇ, ਪੋਲੀਟੀਕਲ ਸਿਸਟਮ ਤੇ ਜਾਂ ਜੁਡੀਸ਼ਰੀ। ਸਾਡਾ ਕੋਈ ਯਕੀਨ ਨਹੀਂ ਕਿ ਉੱਥੋਂ ਜੋ ਹੁੰਦਾ, ਚਲੋ ਤੁਹਾਨੂੰ ਸਮੇਂ ਹਿਸਾਬ ਨਾਲ ਉੱਥੇ ਲੜਨਾ ਵੀ ਪੈਂਦਾ, ਚੈਲੰਜ ਵੀ ਕਰਨਾ ਪੈਂਦਾ, ਪਰ ਸਾਡੀ ਕੋਈ ਉਮੀਦ ਨਹੀਂ ਕਿ ਉੱਥੇ ਕੋਈ ਇਨਸਾਫ ਹੋਊਗਾ। ਕਰਕੇ ਜਿਹੜੇ ਪਹਿਲੇ ਦਿਨ ਤੋਂ ਨਾ ਕੋਈ ਐਵੀਡੈਂਸ ਆ, ਨਾ ਕੋਈ ਸਬੂਤ ਆ, ਨਾ ਕੋਈ ਗਵਾਹ ਆ, ਤਾਂ ਉਹ ਕੇਸ ਕਿਸ ਤਰ੍ਹਾਂ ਹਾਈਐਸਟ ਇੰਟੈਲੀਜੈਂਸ ਏਜੰਸੀ NIA ਦੇ ਕੋਲ 5 ਸਾਲ ਕਿਸ ਤਰ੍ਹਾਂ ਹਜੇ ਤੱਕ ਚਾਰਜ ਪੂਰੇ ਨਹੀਂ ਹੋਏ, ਇਹ ਸਮਝ ਹੀ ਨਹੀਂ ਆ ਸਕਦੀ ਕਿਸੇ ਦੇ ਦਿਮਾਗ ਵਿੱਚ। ਸੋ ਉਹ ਸਿਸਟਮ ਵਿੱਚ ਤਾਂ ਕੋਈ ਯਕੀਨ ਨਹੀਂ। ਪਰ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਹੈਗੀ ਇਸ ਸਰਕਾਰ ਤੇ, ਕਰਕੇ ਉਹ ਹੈਗਾ ਇੱਥੇ ਦਾ ਬੋਨ, ਇੱਥੇ ਦਾ ਨੈਸ਼ਨਲ। ਤਾਂ ਜ਼ਿੰਮੇਵਾਰੀ ਇੱਥੇ ਦੀ ਸਰਕਾਰ ਦੀ ਹੁੰਦੀ ਆ। ਤਾਂ ਪਹਿਲੇ ਤੁਸੀਂ ਕਹਿ ਲਓ ਕਿੰਨਾ ਅਸੀਂ ਪੋਲੀਟੀਕਲ ਪ੍ਰੈਸ਼ਰ ਪਾਇਆ, ਜੱਗੀ ਦਾ MP ਆਪ, ਮਾਰਟਿਨ ਡਾਕਟਰ ਹਿਊਜ਼, ਆਪਣੀ ਪ੍ਰੀਤ ਕੌਰ ਗਿੱਲ MP, ਤਨਮਨਜੀਤ, ਉਹਨੇ ਬਾਰ-ਬਾਰ ਪਾਰਲੀਮੈਂਟ 'ਚ ਖੜ ਕੇ ਡਿਬੇਟਾਂ ਵੀ ਹੋਈਆਂ, ਸਵਾਲ ਵੀ ਪਵਾਏ। ਤਾਂ ਸਰਕਾਰ ਦਾ ਰਿਸਪੌਂਸ ਇਹੀ ਹੋਇਆ ਕਿ ਆਹੋ ਸਾਨੂੰ ਪਤਾ ਜੱਗੀ ਤੇ ਟੋਰਚਰ ਹੋਇਆ, ਅਸੀਂ ਸਵਾਲ ਪੁੱਛਿਆ ਕਿ ਇਨਵੈਸਟੀਗੇਸ਼ਨ ਹੋਵੇ। ਸਾਨੂੰ ਪਤਾ ਕਿ ਐਕਚੁਅਲੀ ਬਹੁਤ ਟਾਈਮ ਹੋ ਗਿਆ, ਤਾਂ ਚਾਰਜਸ ਵੀ ਨਹੀਂ ਹੋਏ।
ਪਰ ਉਹਨਾਂ ਦੇ ਵਿੱਚ ਪਿੱਛੇ ਵੀ ਜੋੜ ਆ ਕਿ ਇੰਡੀਆ ਨੇ ਜਿਹੜੀ ਆ ਟ੍ਰੇਡ ਡੀਲ ਆ ਉਹੀ ਲਮਕਾਈ ਫਿਰਿਆ ਕਿ ਜੇ ਤੁਸੀਂ ਜੱਗੀ ਦੀ ਗੱਲ ਨਾ ਸਾਡੇ ਨਾਲ ਕਰੋ, ਜੇ ਤੁਸੀਂ ਟ੍ਰੇਡ ਡੀਲ ਲੈਣੀ ਆ। ਤਾਂ ਦੇਖੋ ਇੱਥੇ ਦੀ ਸਰਕਾਰ ਦਾ ਆਹ ਹਾਲ ਆ ਕਿ ਉਹ ਤਾਂ ਆਪਣੇ ਸਿਟੀਜ਼ਨ ਦੀ ਜਾਨ ਖਤਰੇ 'ਚ ਪਾ ਦੋਗੇ ਪੈਸਿਆਂ ਮਗਰ। ਸੋ ਇਹ ਜਿਹੜਾ ਇਸ਼ੂ ਆ ਇਹ ਇਕੱਲੇ ਜੱਗੀ ਤੱਕ ਸੀਮਤ ਨਹੀਂਗਾ, ਕਰਕੇ ਜੇ ਆਪਾਂ ਹੁਣ 5 ਸਾਲਾਂ 'ਚ ਬਹੁਤ ਕੁਝ ਹੋ ਚੁੱਕਿਆ। ਉਹਨੇ ਜੱਗੀ ਦੀ ਵਾਈਫ ਭੈਣ ਜੀ ਗੁਰਪ੍ਰੀਤ ਕੌਰ ਨੂੰ ਵੀ ਤੰਗ ਕੀਤਾ, ਉਹਨੂੰ ਇਸ ਮਾਲ 'ਚੋਂ ਵੀ ਕਢਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਦੋਂ ਦੀ ਹੋਮ ਸੈਕਟਰੀ ਸੀ। ਪਰ ਇੱਥੇ ਦੇ ਹੋਰ ਨੌਜਵਾਨ ਜਿਹੜੇ ਜੱਗੀ ਦੇ ਕੇਸ ਵਿੱਚ ਕੈਂਪੇਨ ਕਰ ਰਹੇ ਸੀ ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਇੱਥੇ ਤੱਕ ਕਿ ਲੋਕਾਂ ਦੇ ਸਿੰਘਾਂ ਦੇ ਘਰਾਂ 'ਚ ਰੇਡਾਂ ਪਵਾਈਆਂ 2018 ਵਿੱਚ, ਫਿਰ ਐਕਸਟ੍ਰੈਡੀਸ਼ਨ ਦਾ ਕੇਸ ਚਲਾਇਆ 3 ਸਿੰਘਾਂ ਤੇ ਕਿ ਇਹਨਾਂ ਨੂੰ ਇੰਡੀਆ ਵਾਪਸ ਮੰਗਵਾਓ। ਤਾਂ ਇਹ ਦੇਖੋ ਇਹ ਸਾਰੀਆਂ ਸਾਜ਼ਿਸ਼ਾਂ ਇਹੀ ਸੀ ਕਿ ਅਸੀਂ ਕੁਛ ਨਾ ਕੁਛ ਐਵੀਡੈਂਸ ਕੱਢੀਏ, ਜਾਂ ਜਿਹੜੀ ਜੱਗੀ ਦੀ ਗੱਲ ਕਰ ਰਹੇ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਲਿਜਾਂਦੇ ਆ ਉਹਨਾਂ ਦੀ ਜ਼ੁਬਾਨ ਬੰਦ ਕਰੋ। ਤਾਂ ਇਹੀ ਕਰਕੇ ਆ ਕਿ ਐਕਚੁਅਲੀ ਜਿਹੜਾ ਆਹ ਕੈਂਪੇਨ ਆ ਇਹ ਇੱਥੇ ਦੇ ਬੋਰਨ ਨੌਜਵਾਨਾਂ ਨੂੰ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ, ਕਰਕੇ ਇਹ ਜਿਹੜੀ ਇੰਡੀਅਨ ਸਰਕਾਰ ਕੰਮ ਕਰ ਰਹੀ ਆ ਇਹ ਹਰੇਕ ਤੇ ਆਪਣੇ ਤੇ ਕਹਿ ਲਓ ਥ੍ਰੈਟ ਆ ਕਿ ਜਿਹੜਾ ਵੀ ਸਿੱਖਾਂ ਦੇ ਹੱਕਾਂ ਲਈ, ਸਿੱਖਾਂ ਦੇ ਇਤਿਹਾਸ ਬਾਰੇ ਜਿਹੜਾ ਆਪਣੇ ਨਾਲ ਨਸਲਕੁਸ਼ੀ ਹੋਈ ਆ ਜਾਂ ਅੱਜ ਦੇ ਦਿਨ ਵਿੱਚ ਕੀ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ, ਜਿਹੜਾ ਵੀ ਇਹਨਾਂ ਗੱਲਾਂ ਚੁੱਕੂਗਾ ਇੰਡੀਆ ਇਸ ਤਰ੍ਹਾਂ ਦਾ ਸਲੂਕ ਉਹਨਾਂ ਨਾਲ ਕਰ ਸਕਦੀ ਹੈ ਤਾਂ ਕਰ ਰਹੀ ਆ। ਸੋ ਸਾਡੀ ਤਾਂ ਖਾਸ ਜੁੜੀ ਇਹੀ ਬੇਨਤੀ ਸੀਗੀ ਕਿ ਦੇਖੋ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਗੱਲ ਨਾ ਚੁੱਕੀ, ਫੇਰ ਤਾਂ ਅਸੀਂ ਸ਼ਰੇਆਮ ਕਹਿੰਦੇ ਆ ਕਿ ਆਹੋ ਕਰੀ ਜਾਓ। ਪਰ ਜੇ ਜਿੱਦਾਂ ਆਪਣੇ ਗੁਰੂਆਂ ਨੇ ਸਾਨੂੰ ਸਿਧਾਂਤ ਦਿੱਤਾ, ਬੰਦੀ ਛੋੜ ਦਾ ਦਿਵਸ ਆਪਾਂ ਇਸ ਹਫ਼ਤੇ ਮਨਾ ਰਹੇ ਆ, ਉਹਦਾ ਸਿਧਾਂਤ ਇਹੀ ਆ ਕਿ ਆਪਣੇ ਕੱਲਿਆਂ ਲੈ ਲਈ, ਪਰ ਜਿਹੜੇ ਆਪਣੇ ਨਾਲ ਵੀ ਆ, ਜਿੱਥੇ ਵੀ ਜ਼ੁਲਮ ਹੋਵੇ ਅਸੀਂ ਉਹ ਜ਼ੁਲਮ ਦੇ ਖਿਲਾਫ ਖੜਨਾ, ਤਾਂ ਇਨਸਾਫ ਲਈ ਲੜਨਾ। ਤਾਂ ਜੋ ਵੀ ਆਪਣੇ ਕੋਲ ਹੋਵੇ ਸਾਧਨ ਉਹ ਵਰਤ ਕੇ ਸਾਨੂੰ ਸਿੱਖੀ ਅਸੂਲਾਂ ਤੇ ਖੜਨਾ ਪੈਣਾ। ਨਾ ਸਾਨੂੰ ਕੋਈ ਡੀਲਾਂ ਦੀ ਲੋੜ ਆ, ਨਾ ਅਸੀਂ ਕੋਈ ਜਿੱਦਾਂ ਸਰਕਾਰ ਕਹਿੰਦੀ ਹੈ ਤੁਸੀਂ ਇੱਦਾਂ ਕਰ ਲਓ ਇੱਦਾਂ ਕਰ ਲਓ। ਦੇਖੋ ਜੇ ਤਾਂ ਕੋਈ ਤੁਹਾਡੇ ਕੋਲ ਸਬੂਤ ਹੈਗਾ ਤਾਂ ਮੋੜੇ ਲਿਆਓ, ਨਹੀਂ ਤਾਂ ਬੰਦਾ ਛਡਾਓ। ਇਹੀ ਮੰਗ ਆ ਬ੍ਰਿਟਿਸ਼ ਸਰਕਾਰ ਤੇ ਕਿ ਤੁਸੀਂ ਡਟ ਕੇ ਖੜੋ, ਆਪਣੇ ਅਸੂਲਾਂ, ਸਾਡੀ ਗੱਲ ਨਾ ਸੁਣੋ, ਤੁਸੀਂ ਆਪਣੇ ਅਸੂਲ ਤੇ ਤਾਂ ਖੜੋ। ਹੁਣ ਇੱਥੇ ਇਸ ਮੁਲਕ ਦੇ ਅਸੂਲ ਆ ਕਿ ਜੇ ਬੰਦਾ ਗਲਤ ਫੜਿਆ ਹੋਵੇ ਤੁਸੀਂ ਉਹਦੀ ਇਮੀਡੀਏਟਲੀ ਰਿਲੀਜ਼, ਰਿਹਾਈ ਉਦੋਂ ਹੀ ਮੰਗਣੀ ਪੈਣੀ ਆ। ਇਹ ਬਾਕੀਆਂ ਲਈ ਵੀ ਕਰਦੇ ਆ ਪਰ ਸਿੱਖਾਂ ਲਈ ਨਾ ਇਹ ਕਰਦੇ ਆ, ਤਾਂ ਨਾਲ ਖਾਸ ਕਰਕੇ ਇੰਡੀਆ। ਹੁਣ ਇਹ ਪ੍ਰੈਸ਼ਰ ਤੋੜਨ ਲਈ ਸਾਧ ਸੰਗ ਦੀ ਬਹੁਤ ਜ਼ਰੂਰੀ ਲੋੜ ਆ ਕਿ ਜਿਹੜਾ ਆਪਣਾ ਮਜਾੜਾ ਅਸੀਂ ਲਿਖਿਆ ਇਹ ਤੇ ਬਹੁਤ ਹਮਾ ਕੇ ਸਪੋਰਟ ਦਿਓ, ਤਾਂ ਸਰਕਾਰ ਨੂੰ ਵੀ ਪਤਾ ਲੱਗੇ ਕਿ ਇੱਕ ਦੋ ਨਿਗੇ ਸਾਰੀ ਸਿੱਖ ਕੌਮ ਇੱਥੇ ਦੀ ਜਿਹੜੀ ਰਹਿੰਦੀ ਆ ਉਹਨਾਂ ਨੂੰ ਇਸ ਇਸ਼ੂ ਨਾਲ ਤਕਲੀਫ ਆ, ਤਾਂ ਇਹ ਸਰਕਾਰ ਤੇ ਆ ਪ੍ਰੈਸ਼ਰ ਪਾਉਣਾ ਚਾਹੀਦਾ। ਬਹੁਤ ਧੰਨਵਾਦ ਜਸ। ਮੈਂ ਗੁਰਪ੍ਰੀਤ ਮੈਂ ਤੁਹਾਨੂੰ ਪੁੱਛਾਂਗਾ ਪਹਿਲੀ ਗੱਲ ਤਾਂ ਕਿ ਤੁਸੀਂ ਜਿਹੜੀ ਇੱਥੋਂ ਦੀ ਸੰਗਤ ਹੈਗੀ ਆ ਜਾਂ ਪਬਲਿਕ ਹੈਗੀ ਆ, ਬ੍ਰਿਟਿਸ਼ ਪਬਲਿਕ ਹੈਗੀ ਆ, ਉਹਨਾਂ ਦੀ ਤੁਹਾਨੂੰ ਕਿੱਦਾਂ ਦੀ ਸਪੋਰਟ ਮਿਲੀ ਆ, ਤੇ ਤੁਹਾਨੂੰ ਜਿਹੜੀ ਹੁਣ ਗਵਰਨਮੈਂਟ, ਨਵੀਂ ਗਵਰਨਮੈਂਟ ਮਿਲੀ ਆ, ਕੀ ਤੁਹਾਨੂੰ ਲੱਗਦਾ ਕਿ ਹੁਣ ਕੀ ਆਸਾਂ ਨੇ ਤੁਹਾਨੂੰ ਇਸ ਵੇਲੇ ਜੱਗੀ ਦੇ ਕੇਸ ਦੇ ਸੰਬੰਧ ਵਿੱਚ? ਗੁਰਪ੍ਰੀਤ। ਹਾਂਜੀ ਭਾਜੀ ਗੱਲ ਆਪਣੀ ਸਿੰਪਲ ਇਹ ਆ ਕਿ ਜਿਹੜੀ ਫ੍ਰੀ ਜੱਗੀ ਨਾ ਉਹ ਕੈਂਪੇਨ ਆ ਸੰਗਤ ਦੇ ਭਰੋਸੇ ਤੇ ਹੀ ਅੱਜ ਤੱਕ ਇੱਥੇ ਪਹੁੰਚੀ ਆ। ਇੰਟਰਨੈਸ਼ਨਲ ਸਟੇਟਮੈਂਟ ਆਪਣੀ ਗਈ ਆ ਜਿੱਥੇ ਦੁਨੀਆ ਭਰ ਤੱਕ ਜੱਗੀ ਦੀ ਗੱਲ ਹੋਣ ਡਈ ਆ, ਉਹਦੀਆਂ ਅਰਦਾਸਾਂ ਹੋਣ ਡਈ ਆ ਕਿ ਰਿਹਾ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ। ਸੋ ਜਿੰਨਾ ਹੀ ਦਾਸ ਮੋਹਰੇ ਖੜ ਕੇ ਇੱਕ ਸਪੀਕਰ ਹੀ ਆ ਜਿਹੜਾ ਕੈਂਪੇਨ ਵਾਸਤੇ ਬੋਲਦਾ, ਪਰ ਲੇਕਿਨ ਪਿੱਛੇ ਤਾਂ ਸੰਗਤ ਆ, ਕਿਉਂਕਿ ਸੰਗਤ ਦੇ ਬਗੈਰ ਇਹ ਕੈਂਪੇਨ ਨਾ ਸਕਸੈਸਫੁਲ ਹੋਣੀ ਸੀ ਨਾ ਇਹ ਹੋਣੀ ਆ। ਜੱਗੀ ਨੇ ਵੀ ਸੰਗਤ ਦੀ ਅਰਦਾਸਾਂ ਦੇ ਨਾਲ, ਇਹਦੀ ਸਪੋਰਟ ਦੇ ਨਾਲ ਹੀ ਵਾਪਸ ਇੱਥੇ ਆਉਣਾ ਵਾ। ਤੇ ਬਹੁਤ ਵੱਡੀ ਗੱਲ ਆਈ ਸੀ ਹੁਣ ਤੁਸੀਂ ਆਪਣੀ ਸਤੰਬਰ ਵਿੱਚ ਬ੍ਰੇਕ ਹੋਈ ਸੀ ਜਿਹਦੇ ਵਿੱਚ ਇਹ ਹੋਇਆ ਕਿ ਇੱਥੇ ਦੀ ਸਰਕਾਰ ਨੇ ਵੀ ਉਹਨਾਂ ਦਾ ਹੱਥ ਹੋ ਸਕਦਾ ਜੱਗੀ ਦੀ, ਜਦੋਂ ਉੱਥੇ ਉਹਨੂੰ ਅਗਵਾ ਕੀਤਾ ਗਿਆ ਤੇ ਫਿਰ ਉਹਦੇ 'ਤੇ ਟੌਰਚਰ ਹੋਇਆ, ਤੇ ਉਸ ਕਰਕੇ ਅਸੀਂ ਕੇਸ ਵੀ ਕੀਤਾ ਹੁਣ ਹਾਈ ਕੋਰਟ ਵਿੱਚ ਇੰਗਲੈਂਡ ਵਿੱਚ ਸਰਕਾਰ ਦੇ ਖਿਲਾਫ। ਇੱਕ ਪ੍ਰੈਸ਼ਰ ਪੁਆਇੰਟ ਹੋ ਜਾਂਦਾ ਵਾ ਸਰਕਾਰ ਦੇ ਕਿ ਤੁਸੀਂ ਸਾਡਾ ਬੰਦਾ ਵਾਪਸ ਦੇਵੋ, ਕਿਉਂਕਿ ਸਾਨੂੰ ਤਾਂ ਇਹ ਆ ਕਿ ਜੱਗੀ ਆਪਣੇ ਪਰਿਵਾਰ ਵਿੱਚ ਮੁੜ ਕੇ ਆਵੇ। ਸਾਨੂੰ ਬਾਕੀ ਕੇਸਾਂ ਦਾ ਤਾਂ ਇੰਨਾ ਨਹੀਂ ਹੈਗਾ, ਸਾਨੂੰ ਇੱਕ ਪ੍ਰੈਸ਼ਰ ਪੁਆਇੰਟ ਹੈ ਇਹਦੇ ਰਾਹੀਂ। ਤੁਸੀਂ ਇਹ ਵੀ ਦੇਖਿਆ ਹੋਣਾ ਜਦੋਂ ਸੰਗਤ ਨੂੰ ਪਤਾ ਲੱਗਾ ਸੀ, ਆਪਾਂ ਕਿਉਂਕਿ ਉਹ ਪ੍ਰੋਟੈਸਟ ਪਹਿਲੋਂ ਲਿਖਿਆ ਸੀ, ਫਿਰ ਆਪਾਂ ਨੂੰ ਪੋਸਟਪੋਨ ਕਰਨਾ ਪਿਆ ਸੀ ਉਸ ਵੇਲੇ ਕਿਉਂਕਿ ਸਰਕਮਸਟੈਂਸਿਸ ਇੱਦਾਂ ਦੇ ਆ ਗਏ ਸੀ, ਤੇ ਉਦੋਂ ਵੀ ਸੰਗਤ ਨੇ ਬਹੁਤ ਵੱਡੇ ਜ਼ੋਰ ਤੇ ਨਾਲ ਸਾਥ ਦੇਣ ਦਾ ਯਤਨ ਕੀਤਾ ਸੀ।
ਤੇ ਇਸ ਕਰਕੇ ਹੁਣ ਵੀ ਸਾਨੂੰ ਜ਼ਰੂਰਤ ਇਹ ਆ ਕਿ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਪਹੁੰਚ ਸਕਦੀ ਆ 3 ਨਵੰਬਰ ਵੀਰਵਾਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਊਟਸਾਈਡ ਡਾਊਨਿੰਗ ਸਟਰੀਟ ਲੰਡਨ ਵਿੱਚ ਪ੍ਰੋਟੈਸਟ ਹੋਣਾ ਵਾ, ਫ੍ਰੀ ਜੱਗੀ ਨਾਊ ਪ੍ਰੋਟੈਸਟ। ਇਹ ਇੱਕ ਤਾਂ ਹੈਗਾ ਵਾ ਇੱਕ ਦਿਨ ਪਹਿਲੋਂ, ਕਿਉਂਕਿ 4 ਨਵੰਬਰ ਨੂੰ ਜੱਗੀ ਦੇ 5 ਸਾਲ ਹੋਏ ਜਾਣੇ ਆ ਜਦੋਂ ਉਹਨੂੰ ਅਗਵਾ ਕੀਤਾ ਗਿਆ ਵਾ। ਤੇ ਜ਼ਰੂਰੀ ਹੈ ਇੱਥੇ ਦੀ ਸਰਕਾਰ ਨੂੰ ਕਹਿਣ ਨੂੰ ਕਿ ਜੱਗੀ ਇਕੱਲਾ ਨਹੀਂ ਹੈਗਾ। ਤੋ ਜਿੱਦਾਂ ਅੱਗੇ ਸੰਗਤ ਨੇ ਪਰਿਵਾਰ ਨਾਲ ਖੜੇ ਆ, ਯੋਗਦਾਨ ਪਾਇਆ ਵਾ ਜੱਗੀ ਦੀ ਰਿਹਾਈ ਵਿੱਚ, ਤੇ ਹੱਥ ਜੋੜ ਕੇ ਹੁਣ ਫੇਰ ਬੇਨਤੀ ਆ ਸੰਗਤ ਨੂੰ ਪਰਿਵਾਰ ਵੱਲੋਂ ਕਿ ਉੱਥੇ ਜ਼ਰੂਰ ਪਹੁੰਚੋ, ਕਿਉਂਕਿ ਐਂਡ ਆਫ ਦ ਡੇ ਇਹ ਹੋ ਜਾਂਦਾ ਵਾ ਰੌਲਾ ਪਾਉਣ ਕਿ ਆਪਾਂ ਇੱਥੇ ਦੀ ਸਰਕਾਰ ਤੇ ਪ੍ਰੈਸ਼ਰ ਪਾ ਸਕਦੇ ਆ। ਜਦੋਂ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਦੇਖੋ ਇੱਥੇ ਪ੍ਰੈਸ਼ਰ ਆ, ਉਰੋਂ ਹੀ ਕੁਛ ਕਰਦੇ ਆ। ਜੇ ਇਹ ਚਾਹੁੰਦੇ ਹੁੰਦੇ ਹੁਣ ਤੱਕ ਜੱਗੀ ਵਾਪਸ ਹੋ ਸਕਦਾ ਸੀ। ਆਪਣਾ ਜਿਹੜਾ ਪ੍ਰੈਸ਼ਰ ਆ ਉਹਦੇ ਰਾਹੀਂ ਜੋ ਇਹ ਕਰਦੇ ਆ ਉਸ ਕਰਕੇ ਹੀ ਕਰਨ ਰਹੇ ਆ। ਹੁਣ ਆਪਾਂ ਉਸ ਸਟੈਪ ਤੇ ਆ ਗਏ ਆ, ਜਿਹੜੀ ਸਟੈਪ ਆ ਆਪਾਂ ਪਹਿਲੇ ਦਿਨ ਤੋਂ ਪਰਿਵਾਰ ਨੇ ਤਾਂ ਸੰਗਤ ਨੇ ਇਹ ਕਿਹਾ ਸੀ ਜੱਗੀ ਇਨੋਸੈਂਟ ਆ, ਲੇਕਿਨ ਹੁਣ ਆਪਾਂ ਕੋਲ ਸਬੂਤ ਐਵੀਡੈਂਸ ਵੀ ਆਉਣ ਡਏ ਆ ਮੋਰੇ। 5 ਸਾਲ ਹੋ ਚੱਲੇ ਜਿੱਥੇ ਟਰਾਇਲ ਨਹੀਂ ਸ਼ੁਰੂ ਹੋਈ, ਜਿੱਥੇ UN ਵੀ ਮੰਨ ਗਈ ਕਿ ਨੋ ਲੀਗਲ ਬੇਸਿਸ ਆ ਜੱਗੀ ਦੀ ਅਗਵਾਈ ਦਾ, ਕਿ ਉਹਨੂੰ ਛੱਡਣਾ ਚਾਹੀਦਾ ਵਾ। ਹੁਣ ਸਰਕਾਰ ਵੀ ਮੰਨ ਗਈ ਆ। ਹੁਣ ਆਪਾਂ ਉਹ ਫਾਈਨਲ ਪੁਆਇੰਟ ਤੇ ਆ ਗਏ ਆ। ਜਿੱਦਾਂ ਆਪਾਂ ਦੇਖਿਆ ਸੀ ਤਿੰਨਾਂ ਸਿੰਘਾਂ ਦੇ ਜਿਹੜੀ ਐਕਸਟ੍ਰੈਡੀਸ਼ਨ ਹੋਣੀ ਸੀ, ਉਦੋਂ ਸੰਗਤ ਕਿੰਨੀ ਵੱਧ ਤੋਂ ਵੱਧ ਉੱਥੇ ਪਹੁੰਚੀ ਸੀ ਕੋਰਟ ਦੇ ਸਾਹਮਣੇ ਲੰਡਨ ਵਿੱਚ। ਤੇ ਇਸ ਰਾਹੀਂ ਇਹੀ ਸਾਡੀ ਇਹ ਵੀ ਰਿਕੁਐਸਟ ਆ ਸੰਗਤ ਨੂੰ ਕਿ ਆਪਾਂ ਇਹੀ ਪ੍ਰੈਸ਼ਰ ਪਾ ਕੇ ਹੁਣ ਉਹਨੂੰ ਵਾਪਸ ਲੈ ਕੇ ਆਉਣ ਦੀ ਹੋ ਸਕਦੀ ਆ। ਫੋਰਨ ਸੈਕਟਰੀ ਇਸ ਵੇਲੇ ਇੰਡੀਆ ਦੇ ਵਿੱਚ ਆ। ਰਿਸ਼ੀ ਸੁਨਕ ਜਿਹੜਾ ਆਪਣਾ MP ਬਣਿਆ ਇੱਥੇ ਦਾ, ਹੁਣ ਉਹ ਕੰਟੈਕਟ ਹੈਗੇ ਆ ਇੰਡੀਆ ਵਿੱਚ, ਜਿੱਥੇ ਅੱਗੇ ਪ੍ਰਾਈਮ ਮਿਨਿਸਟਰ ਨੇ ਮੰਗ ਨਹੀਂ ਮੰਗੀ। ਹੁਣ ਇਹ ਬਹੁਤ ਈਜ਼ੀ ਜਿੱਤ ਆ ਰਿਸ਼ੀ ਸੁਨਕ ਲਈ, ਜਿਹੜਾ ਪ੍ਰਾਈਮ ਮਿਨਿਸਟਰ ਆ, ਕਿ ਉਹ ਜੱਗੀ ਨੂੰ ਵਾਪਸ ਲੈ ਆਵੇ ਤੇ ਉਹ ਦਿਖਾ ਸਕਦਾ ਦੇਖੋ ਮੈਂ ਆਪਣੇ ਨਾਗਰਿਕ ਲਈ ਖੜਾ ਹੋਇਆ। ਮੈਂ ਅੱਗੇ ਵੀ ਕਿਹਾ ਸੀ ਕਿ ਮੇਰੇ ਨਾਗਰਿਕ ਅੱਗੇ ਆਉਂਗੇ, ਇੱਥੇ ਦੀ ਇਕੋਨਮੀ ਦਾ ਜੋ ਹੈਗਾ ਵਾ ਉਹ ਦਿਖਾ ਸਕਦਾ। ਇੱਥੇ ਦੇ ਜੇ ਆਪਾਂ ਦੇਖੀਏ ਸਟੈਂਡਸ ਲਿਆ ਓਪੋਜੀਸ਼ਨ ਲੀਡਰ ਪਾਰਟੀ ਦਾ ਕੀਅਰ ਸਟਾਰਮਰ ਨੇ, ਉਹਨੇ ਚਿੱਠੀ ਪਾਈ ਸੀ ਬੋਰਿਸ ਜੌਨਸਨ ਨੂੰ। ਉਸ ਚਿੱਠੀ ਰਾਹੀਂ ਬੋਰਿਸ ਜੌਨਸਨ ਉਸ ਵੇਲੇ ਮੰਨਿਆ ਸੀ ਕਿ ਜੱਗੀ ਨੂੰ ਆਰਬਿਟਰੀਲੀ ਫੜਿਆ ਗਿਆ ਵਾ। ਤੇ ਉਹਨੇ ਇਹ ਵੀ ਅੱਗੇ ਕੀਤਾ, ਉਹ ਕਹਿੰਦਾ ਕਿ ਮੈਂ ਜੋ ਮੇਰੀ ਪਾਰਟੀ ਕਰ ਸਕਦੀ ਆ ਅਸੀਂ ਹੈਲਪ ਕਰੋਗੇ ਕਿ ਜੱਗੀ ਨੂੰ ਵਾਪਸ ਲੈ ਕੇ ਆਉਣ ਨੂੰ। ਇਹ ਹੋ ਜਾਂਦੀ ਇੱਕ ਲੀਡਰਸ਼ਿਪ। ਹੁਣ ਰਿਸ਼ੀ ਸੁਨਕ ਤੇ ਜਿਹੜਾ ਵੀ ਕੋਈ ਉਹਦੇ ਕੰਸਟੀਚੁਐਂਟ ਹੈਗਾ ਵਾ, ਮੇਰੀ ਫੇਰ ਬੇਨਤੀ ਆ ਕਿ ਉਹ ਲਿਖਣ ਉਹਨੂੰ ਕਿ ਦੇਖ ਹੁਣ ਤੂੰ ਪ੍ਰਾਈਮ ਮਿਨਿਸਟਰ ਹੈਗਾ ਵਾ, ਤੇਰੇ ਕੰਟੈਕਟ ਹੈਗੇ ਆ, ਤੂੰ ਜੱਗੀ ਨੂੰ ਵਾਪਸ ਕਿੱਦਾਂ ਲੈ ਕੇ ਆਉਣਾ, ਕਿਉਂਕਿ ਤੇਰਾ ਫਰਜ਼ ਆ, ਹੁਣ ਤੂੰ ਪ੍ਰਾਈਮ ਮਿਨਿਸਟਰ ਆ ਇਸ ਮੁਲਕ ਦਾ। ਸੋ ਵੱਧ ਤੋਂ ਵੱਧ ਇਹ ਬੇਨਤੀ ਆ ਕਿ ਪ੍ਰੋਟੈਸਟ ਤੇ ਜ਼ਰੂਰ ਪਹੁੰਚੋ। ਗੁਰੂ ਘਰਾਂ ਵੱਲੋਂ ਕੋਚਾਂ ਵੀ ਆਰਗੇਨਾਈਜ਼ ਕੀਤੀਆਂ ਗਈਆਂ ਵਾ, ਜਿੱਥੇ ਤੁਸੀਂ ਆਪਣਾ ਨਾਂ ਲਿਖਾ ਸਕਦੇ ਆ ਕਿ ਉਹ ਤੁਹਾਨੂੰ ਉੱਥੇ ਲੈ ਕੇ ਜਾਓਗੇ। ਜਿਹੜੇ ਗੁਰੂ ਘਰਾਂ ਵਿੱਚ ਨਹੀਂ ਹੈਗੇ ਟਰਾਂਸਪੋਰਟੇਸ਼ਨ, ਬੇਨਤੀ ਇਹ ਸੰਗਤ ਨੂੰ ਆ ਕਿ ਉਹ ਕਮੇਟੀ ਵਾਲਿਆਂ ਨੂੰ ਪੁੱਛ ਸਕਦੇ ਆ, ਨਹੀਂ ਤਾਂ ਫਿਰ ਜੇ ਕੋਈ ਗੱਡੀ ਵਿੱਚ ਆ ਸਕਦਾ ਜ਼ਰੂਰ ਉੱਥੇ ਆਉਣ। ਉੱਥੇ ਪਰਿਵਾਰ ਸਾਰਾ ਹੀ ਹੋਣੇ ਆ, ਡੈਡੀ ਨੇ ਵੀ ਹੋਣਾ, ਜੱਗੀ ਦੇ ਵਾਈਫ ਨੇ ਵੀ ਹੋਣਾ ਵਾ, ਉੱਥੇ ਸਾਡੀ ਮਾਸੀ ਨੇ ਵੀ ਹੋਣਾ, ਜਿਹਨੇ ਬੀਤੀ ਦੇਖੀ ਆ 4 ਨਵੰਬਰ ਤੋਂ ਲੈ ਕੇ ਉਸ ਤਰੀਕ ਤੇ ਜਦੋਂ ਨੱਠ ਭੱਜ ਕਰਨੀ ਪਈ ਹੈ, ਉਹ ਵੀ ਇੱਥੇ ਆਏ ਆ, ਉਹਨਾਂ ਨੇ ਵੀ ਉੱਥੇ ਪ੍ਰੋਟੈਸਟ ਵਿੱਚ ਹੋਣਾ ਵਾ। ਤੋ ਸਾਡੀ ਤਾਂ ਇਹ ਬੇਨਤੀ ਆ ਕਿ ਜ਼ਰੂਰ ਉੱਥੇ ਪਹੁੰਚੋ, ਕਿ ਅਸੀਂ ਇਕੱਲੇ ਪਹਿਲੋਂ ਸੀ ਜਦੋਂ ਸਭ ਕੁਝ ਹੋਇਆ ਵਾ, ਪਰ ਜਿਸ ਦਿਨ ਸੰਗਤ ਨੇ ਹੱਥ ਫੜ ਲਿਆ ਉਦੋਂ ਦੇ ਅਸੀਂ ਇਕੱਲੇ ਨਹੀਂ। ਉਦੋਂ ਸੰਗਤ ਨੇ ਹੱਥ ਫੜ ਕੇ ਸਾਨੂੰ ਐਨਰਜੀ ਦਿੱਤੀ ਆ, ਉਹਨਾਂ ਨੇ ਸਾਨੂੰ ਜ਼ੋਰ ਪਾਇਆ ਵਾ ਕਿ ਆਪਾਂ ਜੱਗੀ ਨੂੰ ਵਾਪਸ ਕਿੱਦਾਂ ਲੈ ਕੇ ਆਉਣਾ ਵਾ, ਆਪਾਂ ਕਿੱਦਾਂ ਕਰਨੀ ਆ। ਸੋ ਇਹ ਬਹੁਤ ਜ਼ਰੂਰੀ ਆ ਇੱਥੇ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਨੂੰ, ਕਿਉਂਕਿ ਇਹ ਤੁਹਾਡੇ ਬਗੈਰ ਨਹੀਂ ਹੋਣਾ। ਅੱਗੇ ਵੀ ਤੁਸੀਂ ਜਿੱਥੇ ਵੀ ਦਾਸ ਨੇ ਬੇਨਤੀ ਕੀਤੀ ਆ ਤੁਸੀਂ ਉੱਥੇ ਪਹੁੰਚੇ ਆ। ਹੁਣ ਇਹ ਫੇਰ ਹੱਥ ਜੋੜ ਕੇ ਬੇਨਤੀ ਆ ਕਿ ਉੱਥੇ ਜ਼ਰੂਰ ਤੁਸੀਂ ਪਹੁੰਚੋ ਕਿ ਜੱਗੀ ਨੂੰ ਆਪਾਂ ਜਲਦ ਤੋਂ ਜਲਦ ਰਿਹਾ ਕਰਕੇ ਵਾਪਸ ਲੈ ਕੇ ਆਈਏ। ਬਹੁਤ ਧੰਨਵਾਦ ਜਸ। ਮੈਂ ਤੁਹਾਡੇ ਵੱਲ ਆਵਾਂਗਾ ਜਸ। ਉਧਰ ਨੂੰ 3 ਨਵੰਬਰ ਨੂੰ ਜਿਹੜਾ ਪ੍ਰੋਗਰਾਮ ਹੋਣਾ ਆ 12 ਵਜੇ ਸ਼ੁਰੂ ਹੋਣਾ ਆ, ਉਸ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੇ ਬੁਲਾਰੇ ਆ ਰਹੇ ਹੈਗੇ ਆ, ਜਾਂ ਉਹ ਸਾਰੀ ਉਸ ਦਿਨ ਦੀ ਜਿਹੜਾ 3 ਵਜੇ ਤੱਕ 3 ਘੰਟੇ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਕੀ ਐਕਟੀਵਿਟੀਜ਼ ਹੋਣੀਆਂ ਹੈਗੀਆਂ। ਤੇ ਨਾਲ ਦੀ ਨਾਲ ਇਹ ਵੀ ਦੱਸਿਓ ਕਿ ਜਿਹੜੇ ਸਾਡੀ ਆਵਾਜ਼ ਸੁਣ ਰਹੇ ਆ ਦਰਸ਼ਕ, ਸਾਡੇ ਜਿਹੜੇ ਸੰਗਤ ਜਿਹੜੀ ਆਵਾਜ਼ ਸੁਣ ਰਹੀ ਆ, ਅਗਰ ਉਹ ਕੋਚਾਂ ਵਿੱਚ ਨਹੀਂ ਆ ਸਕਦੇ, ਅਗਰ ਉਹਨੇ ਗੱਡੀਆਂ ਰਾਹੀਂ ਆਉਣਾ ਹੋਵੇ ਤਾਂ ਉਹ ਕਿੱਦਾਂ ਆ ਸਕਦੇ ਆ। ਸੋ ਜਾਸੀ ਇਹ ਥੋੜ੍ਹੀ ਬਹੁਤ ਸਾਨੂੰ ਇਨਫੋਰਮੇਸ਼ਨ ਦੇ ਦਿਓ ਤੁਸੀਂ।
ਹਾਂਜੀ, ਦੇਖੋ ਅਸੀਂ ਜਿਹੜਾ ਪ੍ਰੋਟੈਸਟ ਜਿੱਦਾਂ ਗੁਰਪ੍ਰੀਤ ਨੇ ਕਿਹਾ 3 ਨਵੰਬਰ ਰੱਖਿਆ ਸੀਗਾ ਕਿ ਜਿਹੜੀ ਪਾਰਲੀਮੈਂਟ ਹੁੰਦੀ ਆ ਤਾਂ ਉਹ ਤਕਰੀਬਨ ਟਿਊਜ਼ਡੇ ਤੋਂ ਥਰਸਡੇ ਤੱਕ ਉੱਥੇ ਲੰਡਨ ਵਿੱਚ ਸ਼ਾਮਲ ਹੁੰਦੀ ਆ। ਮੰਡੇ ਫਰਾਈਡੇ ਉਹ ਆਪਣੇ ਫਿਰ ਕੰਸਟੀਚੁਐਂਸ ਪਹੁੰਚ ਜਾਂਦੇ ਆ। ਤਾਂ ਨਾਲੇ ਇੱਕ ਦਿਨ ਪਹਿਲਾਂ ਅਸੀਂ ਜੱਗੀ ਦੇ 5 ਸਾਲ ਹੋਣ 'ਚ ਸੋ ਇਹ ਹੋਣਾ ਡਾਊਨਿੰਗ ਸਟਰੀਟ ਮੋੜੇ, ਜਿੱਥੇ ਇੱਥੇ ਦਾ ਪ੍ਰਧਾਨ ਮੰਤਰੀ ਉਹਦਾ ਆਪਣਾ ਘਰ ਆ। ਅਸੀਂ ਉੱਥੇ ਤਾਂ ਰੱਖਿਆ ਕਰਕੇ ਇਹ ਜਿਹੜੀ ਹੁਣ ਜੱਗੀ ਦੀ ਗੱਲ ਆ ਇਹ ਹੈਗੀ ਆ ਪ੍ਰਾਈਮ ਮਿਨਿਸਟਰ ਦੇ ਲੈਵਲ ਤੱਕ। ਤਾਂ ਹੁਣ ਸਿੱਧੀ ਗੱਲ ਆ ਕਿ ਪ੍ਰਾਈਮ ਮਿਨਿਸਟਰ ਮੋਦੀ ਨਾਲ ਜਾਂ ਉੱਥੇ ਦੇ ਫੋਰਨ ਸੈਕਟਰੀ ਨਾਲ ਸਿੱਧਾ ਜੇ ਉਹ ਚਾਹੇ, ਜਿੱਦਾਂ ਗੁਰਪ੍ਰੀਤ ਨੇ ਕਿਹਾ, ਉਹ ਫੋਨ ਅੱਜ ਹੀ ਚੱਕ ਸਕਦਾ ਤਾਂ ਉੱਥੇ ਨੂੰ ਕਾਲ ਕਰਕੇ ਤੂੰ ਕਿਹਾ ਸਾਡਾ ਬੰਦਾ ਸਾਨੂੰ ਮੁੜ ਕੇ ਭੇਜੋ। ਤਾਂ ਜਿਹੜੀ ਵੀ ਡਿਪਲੋਮੈਟਿਕ ਪ੍ਰੋਟੈਕਸ਼ਨ ਹੁੰਦੀ ਆ, ਸਰਕਾਰ ਕੋਲ ਬਹੁਤ ਸਾਧਨਾਂ ਹੁੰਦੀਆਂ ਮੁੜ ਕੇ ਲਿਆਉਣ ਨੂੰ, ਉਹ ਸਾਰੇ ਵਰਤ ਸਕਦੇ ਆ ਕਰਕੇ ਇੰਡੀਆ ਇਹਨਾਂ ਦਾ ਫਰੈਂਡਲੀ ਨੇਸ਼ਨ ਆ। ਸੋ ਸਾਡੀ ਤਾਂ ਪ੍ਰੈਸ਼ਰ ਇਹੀ ਆ ਕਿ ਇੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਤੇਰਾ ਫਰਜ਼ ਆ, ਅਸੀਂ ਤੇਤੇ ਹੀ ਪ੍ਰੈਸ਼ਰ ਪਾਉਣਾ ਤੇ ਤੇਰੇ ਘਰ ਆ ਕੇ ਅਸੀਂ ਇੱਥੇ ਰੋਸ ਅਸੀਂ ਪ੍ਰਗਟਾ ਕਰਨਾ ਆ। ਤਾਂ ਇਹ ਤਾਂ ਪ੍ਰੋਟੈਸਟ ਉੱਥੇ ਰੱਖਿਆ। ਹੁਣ ਇਸ ਪ੍ਰੋਟੈਸਟ ਦੇ ਵਿੱਚ ਇੱਕ ਤਾਂ ਬਹੁਤ ਵੱਡੀ ਸੰਗਤ ਦੀ ਸਹਿਯੋਗ ਦੀ ਲੋੜ ਆ, ਤਾਂ ਸਹਿਯੋਗ ਆਉਂਦਾ ਵੀ ਆ। ਜਿੱਦਾਂ ਕਈ ਸ਼ਹਿਰਾਂ ਤੋਂ ਕੋਚਾਂ ਹੋ ਰਹੀਆਂ, ਜਿਹੜੇ ਸ਼ਹਿਰਾਂ 'ਚੋਂ ਨਹੀਂ ਕੋਚਾਂ ਹੋਈਆਂ ਤੁਸੀਂ ਆਪਣੇ ਪ੍ਰਬੰਧਕ ਨਾਲ ਜ਼ਰੂਰ ਸੰਪਰਕ ਕਰੋ। ਮਿਨੀ ਬੱਸਾਂ ਆ ਜਾਓ, ਗੱਡੀਆਂ 'ਚ ਆ ਜਾਓ। ਲੰਡਨ ਸੈਂਟਰ ਲੰਡਨ ਵਿੱਚ ਆਉਣਾ ਜਾਂ ਤੁਸੀਂ ਟ੍ਰੇਨ, ਜਿਹੜੇ ਲੰਡਨ ਦੇ ਆਲੇ ਦੁਆਲੇ ਉਹ ਤਾਂ ਟ੍ਰੇਨ ਤੇ ਆ ਸਕਦੇ ਆ। ਜਿਹਨੀ ਨੋਰਥ ਮਿਡਲੈਂਡਸ ਤੋਂ ਆਉਣਾ ਤਾਂ ਇਹੀ 2 ਚੀਜ਼ਾਂ ਦਾ ਖਿਆਲ ਰੱਖਿਓ ਕਿ ਕੰਜੈਸਸ਼ਨ ਚਾਰਜ ਤਾਂ ਯੂਐਸ ਚਾਰਜ ਲੰਡਨ ਵਿੱਚ ਐਕਟਿਵ ਆ, ਪਰ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ, ਉਹ ਤੇ ਧਿਆਨ ਦਿਓ। ਪਰ ਲੰਡਨ ਪਹੁੰਚਣਾ ਬਹੁਤ ਵੱਡੀ ਐਡੀ ਗੱਲ ਨਹੀਂ ਗੀ। ਜਿਹੜਾ ਮੁੰਡਾ ਹੁਣ ਸਾਡੇ ਭਰਾਈ 5 ਸਾਲ ਜੇਲ੍ਹ 'ਚ ਬੈਠਾ ਹੋਵੇ, ਕੱਲਾ ਤਹਾਰ ਜੇਲ੍ਹ ਵਿੱਚ, ਉਹਦੇ ਲਈ ਆਪਾਂ 3-4 ਘੰਟੇ ਹੀ ਕੱਢਣੇ ਹੋਵੇ, ਬਹੁਤ ਛੋਟੀ ਜਿਹੀ ਗੱਲ ਹੁੰਦੀ ਆ। ਤਾਂ ਜਿਹੜਾ ਆਪਣਾ ਅਸੂਲੀ ਤੌਰ ਤੇ ਜੇ ਆਪਣਾ ਸਿੱਖੀ ਹੋਣ ਤੇ ਫਰਜ਼ ਆ, ਇਹ ਵੀ ਬਹੁਤ ਆਪਣਾ ਛੋਟੀ ਕੰਟਰੀਬਿਊਸ਼ਨ ਆ। ਪਰ ਇਹਦਾ ਜਿਹੜਾ ਸੁਨੇਹਾ ਹੋਣਾ, ਸੁਨੇਹਾ ਬਹੁਤ ਸਾਰੀ ਦੁਨੀਆ ਭਰ ਚਲ ਜਾਣਾ ਕਿ ਐਕਚੁਅਲੀ ਸਿੱਖਾਂ ਹੀ ਨਹੀਂ ਇਕੱਲੇ, ਪਰ ਸਾਰੇ ਜਿਹੜੇ ਮਨੁੱਖੀ ਅਧਿਕਾਰਾਂ ਲਈ ਖੜਦੇ ਆ ਉਹ ਇੱਕ ਮੁੱਠ ਹੋ ਕੇ ਸਰਕਾਰ ਨੂੰ ਦੱਸ ਰਹੇ ਆ ਕਿ ਜਿਹੜੀ ਲਾਈਨ ਸਰਕਾਰ ਨੇ ਫੜੀ ਆ ਕਿ ਹਿਊਮਨ ਰਾਈਟਸ ਦੇ ਖਿਲਾਫ ਉਹਨੀ ਪੈਸਾ ਟ੍ਰੇਡ ਅੱਗੇ ਰੱਖਿਆ ਆ ਕਿ ਉਹ ਗਲਤ ਆ। ਤਾਂ ਉਹ ਵੀ ਆਪਣਾ ਫਰਜ਼ ਪਛਾਣੋ। ਤਾਂ ਜਿਹੜੇ ਇਸ ਕੈਂਪੇਨ ਤੋਂ ਤਕਰੀਬਨ 3-4 ਸਾਲ ਪਹਿਲਾਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਕੀਤੀ ਆ, ਬਹੁਤ ਵੱਡੀਆਂ 2 ਸੰਸਥਾਵਾਂ ਰਿਡਰੈਸ ਤਾਂ ਰਿਪਰੀਵ, ਇਹ ਦੁਨੀਆ ਭਰ ਜਾਣੂ ਆ ਕਿ ਨਹੀਂ ਜਿਹੜੇ ਵੀ ਕੋਈ ਮਨੁੱਖ ਡੈਥ ਪੈਨਲਟੀ ਸਜ਼ਾ ਮੌਤ ਦੇ ਰਿਸਕ ਹੁੰਦੀ ਆ ਉਹਨਾਂ ਲਈ ਖੜਦੀ ਆ, ਤਾਂ ਜਿਹੜੇ ਗੈਰ ਕਾਨੂੰਨੀ ਬੰਦੇ ਫੜੇ ਹੁੰਦੇ ਆ ਉਹਨਾਂ ਦੀ ਪਿੱਛੋਂ ਪੈਰਵਾਈ ਕਰ ਰਹੀ ਆ। ਤਾਂ ਇਹ ਦੋਨੋਂ ਆਰਗੇਨਾਈਜੇਸ਼ਨਾਂ ਨੇ ਉੱਥੇ ਹੋਣਾ ਵੀ ਆ, ਉੱਥੇ ਬੋਲੂ ਵੀ ਹੋਏਗੀ ਕਿ ਜਿਹੜੀ ਲੀਗਲ ਕਾਰਵਾਈ ਇੱਥੇ ਦੀ ਸਰਕਾਰ ਤੇ ਚਲਾਈ ਆ ਉਹਦੇ ਵੀ ਰੈਪਰੈਜ਼ੈਂਟੇਟਿਵ ਵਕੀਲ ਉੱਥੇ ਪਹੁੰਚੂਗੇ। ਤਾਂ ਨਾਲ ਜਿਹੜੇ ਹੋਰ ਪਰਿਵਾਰ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੋਰ ਜੇਲ੍ਹਾਂ ਵਿੱਚ ਆ, ਬਾਹਰ ਮੁਲਕਾਂ ਵਿੱਚ ਆ, ਉਹ ਵੀ ਅਪੀਲ ਕਰ ਰਹੇ ਇੱਥੇ ਦੀ ਸਰਕਾਰ ਨੂੰ। ਉਹਨੇ ਵੀ ਬਹੁਤ ਜਿੱਦਾਂ ਸਹਿਯੋਗ ਦਿੱਤਾ ਕਿ ਉਹ ਵੀ ਆ ਰਹੇ ਆ। ਸੋ ਇਸ ਪ੍ਰੋਟੈਸਟ ਵਿੱਚ ਇਕੱਲੇ ਸਿੱਖ ਹੀ ਨਹੀਂ ਹੋਣੇ, ਬਹੁਤ ਸੰਸਥਾਵਾਂ ਵੀ ਹੋਣੀਆਂ। ਤਾਂ ਬਹੁਤ ਸਾਰੇ ਜਿਹੜੇ ਹੋਰ ਪਰਿਵਾਰ ਆ ਉਹ ਵੀ ਸਾਡੇ ਤੇ ਦੇਖਦੇ ਆ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਆ ਮੋਢੇ ਨਾਲ। ਤਾਂ ਜੋ ਸਰਕਾਰ ਕਰ ਰਹੀ ਆ, ਖਾਸ ਕਰਕੇ ਜੱਗੀ ਤੇ ਕਰਕੇ, ਜੱਗੀ ਦੀ ਵੱਖਰੀ ਅਹਿਮੀਅਤ ਇਹ ਆ ਕਿ ਉਹ ਇੱਥੇ ਦਾ ਬੋਨ ਆ, ਉਹ ਡਿਊ ਨੈਸ਼ਨਲ ਨਹੀਂ, ਉਹਦੇ ਡਬਲ ਨਹੀਂ, ਉਹਦਾ ਇੰਡੀਅਨ ਪਾਸਪੋਰਟ ਨਹੀਂ ਕੋਈ। ਤਾਂ ਉਹ ਇੱਥੇ ਦਾ ਜੰਪਲ ਆ, ਇੱਥੇ ਦਾ ਪੜ੍ਹਿਆ ਲਿਖਿਆ ਆ, ਨੌਜਵਾਨ ਆ, ਉਹਦੀ ਵਾਈਫ ਵੀ ਇੱਥੇ ਆ ਹੁਣ। ਤਾਂ ਉਹਨੇ ਕੋਈ ਉਹਦੇ ਤੱਕ ਚਾਰਜ ਤਾਂ ਹੁਣੇ ਹੋਏ ਆ, ਅੱਧੇ ਚਾਰਜ ਰਹਿੰਦੇ ਆ, ਨਾ ਕੋਈ ਮੁਕੱਦਮਾ ਹੋਇਆ, ਨਾ ਉਹ ਗਿਲਟੀ ਹੋਇਆ, ਨਾ ਕੋਈ ਸਜ਼ਾ ਹੋਈ ਆ। ਸੋ ਇਹ ਬਹੁਤ ਖਾਸ ਗੱਲਾਂ ਹੁੰਦੀਆਂ ਕਿ ਬਾਕੀ ਮੁਲਕਾਂ ਦੇ ਹੋਰ ਕਈਆਂ ਨੂੰ ਗਿਲਟੀ ਹੋ ਕੇ ਸਜ਼ਾ ਵੀ ਹੋ ਚੁੱਕੀ ਆ, ਉਹਨਾਂ ਨੂੰ ਵੀ ਸਰਕਾਰ ਨੇ ਕਢਾਇਆ ਆ। ਪਰ ਜਿਹਦੇ ਬੰਦੇ ਤੇ ਕੁਛ ਵੀ ਨਾ ਹੋਵੇ ਤੁਸੀਂ ਉਹ ਤੇ ਚੁੱਪ ਆ, ਇਹ ਤਾਂ ਹੀ ਹਿਲਣੀ ਸਰਕਾਰ ਜਦ ਤੱਕ ਸੰਗਤ ਜੋੜ ਪਾ ਕੇ। ਹੁਣ ਅਸੀਂ ਇੱਥੇ ਮੌਕਾ ਆ ਪੋਲੀਟਿਕਲੀ ਕਿ ਬਹੁਤ ਹਿਲਜੁਲ ਹੋਈ ਆ, ਤਾਂ ਕਰਕੇ ਅਸੀਂ ਡਾਊਨਿੰਗ ਸਟਰੀਟ ਤੇ ਟਾਰਗੇਟ ਕੀਤਾ ਕਿ ਦੇਖੋ ਸਰਕਾਰ ਦੀ ਕੋਈ ਗਰੰਟੀ ਨਹੀਂ ਕਿ 1 ਦਿਨ ਹੋਵੇ, 2 ਦਿਨ ਹੋਵੇ, 3 ਮਹੀਨੇ ਹੋਵੇ। ਹੁਣ ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਨੇ ਆ ਤਾਂ ਨਾਲ ਦੀ ਨਾਲ ਸੰਗਤ ਦੇ ਜ਼ੋਰ ਨਾਲ ਮੀਡੀਆ ਗੱਲ ਚੱਕ ਰਹੀ ਆ। ਜਦੋਂ ਫਿਰ ਮੀਡੀਆ ਗੱਲ ਚੱਕ ਰਹੀ ਆ ਫਿਰ ਪੋਲੀਟੀਸ਼ੀਅਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ। ਪਰ ਮਹਾਰਾਜ ਦੀ ਕਿਰਪਾ ਨਾਲ ਸੰਗਤ ਨੂੰ ਅਪੀਲ ਆ ਕਿ ਜ਼ਰੂਰ ਪਹੁੰਚੋ ਉੱਥੇ। ਜੇ ਕੋਈ ਕਿਸੇ ਤਰ੍ਹਾਂ ਦੀ ਲੋੜ ਆ ਤਾਂ ਆਪਣੇ ਫ੍ਰੀ ਜੱਗੀ ਨਾਮ ਕੈਂਪੇਨ ਤੇ ਤੁਸੀਂ ਪਹੁੰਚ ਸਕਦੇ ਆ, ਜਾਂ ਸਿੱਖ ਚੈਨਲ ਤੇ ਜੇ ਤੁਸੀਂ, ਬਹੁਤ ਧੰਨਵਾਦ ਹੈ ਤੁਸੀਂ ਆ ਕਵਰ ਕੀਤਾ, ਤੁਹਾਨੂੰ ਵੀ ਉਹ ਪਹੁੰਚ ਕਰ ਸਕਦੇ ਆ, ਡੀਟੇਲ ਅਸੀਂ ਦੇ ਸਕਦੇ ਆ। ਤਾਂ ਪਰ 3 ਤਰੀਕ ਨੂੰ ਖਾਸ ਕਰਕੇ ਡਾਊਨਿੰਗ ਸਟਰੀਟ ਮੋੜੇ ਜ਼ਰੂਰ ਪਹੁੰਚੋ।
ਤਾਂ ਆਪਣੀ ਹਾਜ਼ਰੀ ਲਾਓ, ਤਾਂ ਨਾਲੇ ਸੁਨੇਹਾ ਦਿਓ ਕਿ ਅਸੀਂ ਜੱਗੀ ਨਾਲ ਖੜੇ ਆ, ਤਾਂ ਸਿੱਖੀ ਅਸੂਲਾਂ ਤੇ ਖੜੇ ਆ ਜੀ। ਭਾਈ ਸਾਹਿਬ ਜੀ, ਜੀ ਇੱਕ ਨਾਲ ਹੀ ਐਡ ਹਾਂਜੀ, ਕਰਨਾ। ਅੱਧਾ ਮਿੰਟ ਰਹਿ ਗਿਆ ਜੱਗੀ ਗੁਰਪ੍ਰੀਤ ਜੀ, ਹਾਫ ਮਿੰਟ ਜੇ। ਠੀਕ ਭਾਜੀ, ਨਾਲ ਹੀ ਬੇਨਤੀ ਇਹ ਆ, ਪਰਿਵਾਰ ਵੱਲੋਂ ਤਾਂ ਬੇਨਤੀ ਹੋਗੀ ਉੱਥੇ ਸਾਡੇ ਨਾਲ ਜ਼ਰੂਰ ਖੜੋ, ਲੇਕਿਨ ਤੁਸੀਂ ਆਪਣੇ ਐਮਪੀਆਂ ਨੂੰ ਵੀ ਕਹਿ ਸਕਦੇ ਆ ਕਿ ਉੱਥੇ ਜ਼ਰੂਰ ਪ੍ਰੋਟੈਸਟ 'ਚ ਆਉਣ, ਨਾਲ ਸਾਡੀ ਸਪੋਰਟ ਜਿੱਦਾਂ ਅੱਗੇ ਕੀਤੀ ਆ ਉੱਥੇ ਆ ਸਕਦੇ ਆ, ਕਿਉਂਕਿ ਕਈ ਐਮਪੀ ਉੱਥੇ ਹਜੇ ਵੀਰਵਾਰ ਨੂੰ ਉੱਥੇ ਹੀ ਹੋਣੇ ਆ। ਤੋ ਜਿੰਨੀ ਵੀ ਸੰਗਤ ਆਪਣੀ ਸੁਣਦੀ ਆ ਉਹ ਆਪਣੇ ਐਮਪੀ ਨੂੰ ਕਹਿਣ ਕਿ 12 ਵਜੇ ਤੋਂ 3 ਵਜੇ ਤੱਕ ਪ੍ਰੋਟੈਸਟ ਆ, ਉੱਥੇ ਆਪਣੀ ਉਹ ਹਾਜ਼ਰੀ ਜ਼ਰੂਰ ਲਾਉਣ ਨਾਲ ਤੇ ਉੱਥੇ ਉਹ ਵੀ ਹੋਣਗੇ। ਤੇ ਇਸ ਕਰਕੇ ਇੱਕ ਹੋਰ ਪ੍ਰੈਸ਼ਰ ਪੁਆਇੰਟ ਹੋ ਜਾਂਦਾ ਵਾ ਕਿ ਜਿੱਥੇ ਜਿਹੜੇ ਐਮਪੀ ਆ ਫਿਰ ਉਹ ਵੀ ਜੱਗੀ ਦੀ ਆਵਾਜ਼ ਚੱਕ ਸਕਦੇ ਆ। ਸੋ ਮੁੜ ਕੇ ਤਾਂ ਇਹੀ ਬੇਨਤੀ ਆਊਂਗੀ ਕਿ ਜ਼ਰੂਰ ਪਹੁੰਚੋ, ਪਰਿਵਾਰ ਦੇ ਨਾਲ ਖੜੋ ਜਿੱਦਾਂ ਅੱਗੇ ਖੜੇ ਆ। ਤੁਹਾਡੇ ਬਗੈਰ ਜੱਗੀ ਨੂੰ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ, ਤੁਹਾਡੇ ਨਾਲ ਹੀ ਅਸੀਂ ਲੈ ਕੇ ਆਉਣਾ ਵਾ। ਜਿੱਥੇ ਤੁਸੀਂ ਅੱਗੇ ਇੰਨਾ ਸਾਥ ਦਿੱਤਾ ਵਾ, ਹੁਣ ਬੇਨਤੀ ਫੇਰ ਆ ਕਿ ਅੱਗੇ ਵੀ ਇੱਦਾਂ ਹੀ ਸਾਥ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ ਜਸ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ, ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਤੁਹਾਡੀ ਜਾਣਕਾਰੀ ਆ ਜਾਂ ਤੁਹਾਡੀ ਜਿਹੜੀ ਰਿਕੁਐਸਟ ਆ, ਜਿਹੜੀ ਬੇਨਤੀ ਆ, ਉਹਦੇ ਉੱਤੇ ਜ਼ਰੂਰ ਸਾਡੀ ਸੰਗਤ ਜਿਹੜੀ ਆ ਉਹ ਅਮਲ ਕਰੇਗੀ ਤੇ ਵੱਧ ਤੋਂ ਵੱਧ ਇਹ ਜਿਹੜਾ ਹੁੰਗਾਰਾ ਹੈ ਤੁਹਾਡੀ ਕੈਂਪੇਨ ਨੂੰ ਮਿਲੇ। ਔਰ ਜੋ ਨਿਰਦੋਸ਼, ਹਾਲੇ ਤੱਕ ਨਿਰਦੋਸ਼ ਹੈ ਜੱਗੀ, ਉਸਦੇ ਉੱਤੇ ਠੀਕ ਹੈ ਕੇਸ ਚੱਲੇ, ਪਰ ਉਸਦਾ ਜਿਹੜਾ ਰਿਜ਼ਲਟ ਆ ਉਹ ਆਉਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਉਸਨੂੰ ਇੱਥੇ ਮੰਗਾਉਣਾ ਚਾਹੀਦਾ ਆ, ਵਾਪਸ ਲਿਆਉਣਾ ਚਾਹੀਦਾ। ਤੇ ਇੱਕ ਵਾਰ ਫੇਰ ਤੁਹਾਡਾ ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਿੱਖ ਚੈਨਲ ਦੇ ਵੱਲੋਂ ਵੀ ਤੁਹਾਡੀ ਕੈਂਪੇਨ ਨੂੰ ਅਸੀਂ ਹਮਾਇਤ ਭੇਜਦੇ ਹਾਂ ਕਿ ਇਹੋ ਜਿਹੇ ਜਿਹੜੇ ਕੇਸ ਨੇ ਸਾਰੇ ਸੰਗਤ ਦੀ ਮਦਦ ਦੇ ਨਾਲ ਹੋ ਸਕਦੇ ਆ। ਤੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਰਦਾਸ ਕਰਦੇ ਹਾਂ ਕਿ ਜਗਤਾਰ ਸਿੰਘ ਜੱਗੀ ਵਾਪਸ ਆਪਣੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦੇ ਨਾਲ ਆਵੇ ਤੇ ਚੜ੍ਹਦੀ ਕਲਾ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਨੂੰ ਵੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਵਿਚਾਰ ਆਉਂਦੇ ਨੇ, ਇਹਨਾਂ ਪ੍ਰਬੰਧਕਾਂ ਦੇ ਪਰਿਵਾਰ ਦੇ ਵਿਚਾਰ ਨੇ, ਇਹਨਾਂ ਦੇ ਨਾਲ ਜ਼ਰੂਰ ਤੁਸੀਂ ਸ਼ਾਮਲ ਹੋਣ ਦਾ ਯਤਨ ਕਰੋ। ਸਹਿਮਤ ਹੋਣਾ ਤੁਹਾਡਾ ਜ਼ਰੂਰੀ ਨਹੀਂ ਹੈਗਾ, ਪਰ ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ, ਹਰ ਇੱਕ ਨੂੰ ਜੀਉਣ ਦਾ ਅਧਿਕਾਰ ਹੈ। ਇਸ ਮੁਲਕ ਦੇ ਵਿੱਚ ਖਾਸ ਤੌਰ ਤੇ ਇਹ ਮੁਲਕ ਜਿਹੜਾ ਹੈ ਇਹ ਪੈਰਵੀ ਕਰਦਾ ਹੈ, ਵਕਾਲਤ ਕਰਦਾ ਹੈ, ਐਡਵੋਕੇਸੀ ਕਰਦਾ ਹੈ ਹਿਊਮਨ ਰਾਈਟਸ ਦੀ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕੈਂਪੇਨ ਨੂੰ ਵੱਧ ਤੋਂ ਵੱਧ ਸਾਥ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਸ਼ਿੰਦਰਪਾਲ ਸਿੰਘ ਨੂੰ ਦਿਓ ਆਗਿਆ ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।